ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੀ ਰਾਖੋ ਪ੍ਰਭ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹ। ਜਿਸ ਪਾਸ ਬਹਿਠਿਆ ਸੋਹੀਐ, ਸਭਨਾ ਦਾ ਵਿਸਾਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀਂਬਾਜੀ, ਗੁਰੂ ਪਿਆਰੀ ਗੁਰੂ ਸਵਾਰੀ, ਗੁਰੂ ਦਾ ਖਾਸ ਸਰੂਪ ਸਤ ਸੰਗ ਜੀਓ। ਆਪ ਸਰਬੱਤ ਸਿੱਖ ਸੰਗਤ ਧੰਨਤਾ ਦੀ ਜੋਗ ਹੈ, ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ। ਜੋ ਆਪ ਜੀ ਨੇ ਉਦਮ ਉਪਰਾਲੇ ਕੀਤੇ ਨੇ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸੋ ਵੱਡੇ ਭਾਗ ਨੇ। ਆਓ ਗੁਰਮੁਖ ਪਿਆਰਿਓ, ਰਲ ਮਿਲ ਕੇ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਸਾਹਿਬ ਜੀ ਦੇ ਜੀਵਨ ਬਾਰੇ ਅੱਜ ਫੇਰ ਆਪਾਂ ਵਿਚਾਰ ਸਾਂਝੀ ਕਰੀਏ। ਕੱਲ ਆਪਾਂ ਸਮਾਪਤੀ ਕੀਤੀ ਸੀ ਉਹਨਾਂ ਸਾਰੇ ਪੰਡਤਾਂ ਨੂੰ ਰਾਣੀ ਝਾਲੀ ਬਾਈ ਨੇ ਕਿਹਾ ਕਿ ਆਪ ਜੀ ਨੂੰ 200 ਸੋਨੇ ਦੀਆਂ ਮੋਹਰਾਂ ਕੱਲੇ ਕੱਲੇ ਨੂੰ ਮਿਲ ਜਾਣਗੀਆਂ, ਪਰ ਸੱਚੋ ਸੱਚ ਇਹ ਦੱਸੋ ਕਿ ਭਗਤ ਰਵਿਦਾਸ ਦੀ ਗੋਦ ਦੇ ਵਿੱਚ ਦੇਵਤੇ ਆਏ ਸਨ। ਕੀ ਇਹ ਸੱਚ ਹੈ? ਜਦੋਂ ਨਵਾਬ ਨੇ ਪ੍ਰੀਖਿਆ ਕੀਤੀ ਸੀ ਤੇ ਤੁਸਾਂ ਨੇ ਵਿਰੋਧ ਕੀਤਾ ਸੀ ਭਗਤ ਰਵਿਦਾਸ ਸਾਹਿਬ ਜੀ ਦਾ, ਉਹ ਸਾਰੇ ਪੰਡਤ ਕਹਿਣ ਲੱਗੇ ਠੀਕ ਹੈ ਰਾਣੀ ਜੀ, ਸਾਰੀਆਂ ਗੱਲਾਂ ਸੱਚੀਆਂ ਨੇ। ਭਗਤ ਰਵਿਦਾਸ ਦੀ ਗੋਦ ਵਿੱਚ ਦੇਵਤੇ ਆਏ ਸਨ। ਰਾਣੀ ਨੇ ਕਿਹਾ ਫਿਰ ਉਹ ਵੱਡਾ ਭਗਤ ਹੈ, ਕਿਸੇ ਦੇ ਨਾਲ ਈਰਖਾ ਨਹੀਂ ਕਰਦਾ, ਜਾਓ ਤੁਹਾਨੂੰ ਦਾਨ ਮਿਲ ਜਾਊਗਾ। ਮੇਰਾ ਰਾਣਾ ਜਿੰਨੀ ਮੇਰੀ ਗੱਲ ਸੁਣ ਸਕਦਾ ਹੈ ਨਾ, ਉਨੀ ਤੁਸਾਂ ਦੀ ਨਹੀਂ ਸੁਣਦਾ। ਉਹ ਮੇਰਾ ਪਤੀ ਹੈ, ਸੁਆਮੀ ਹੈ, ਮੈਂ ਇਸ ਗੱਲ ਦਾ ਹੰਕਾਰ ਨਹੀਂ ਕਰਦੀ, ਗੱਲ ਸੱਚੀ ਹੈ। ਭਗਤ ਦਾ ਰਾਖਾ ਭਗਵਾਨ ਹੈ, ਆਪਣੀ ਭਗਤਾਂ ਦੀ ਲਾਜ ਹਰ ਥਾਂ ਰੱਖਦਾ ਹੈ। ਤੇ ਸਾਧ ਸੰਗੀ ਉਸੇ ਵੇਲੇ ਪੰਡਤਾਂ ਨੂੰ ਪ੍ਰਤੱਖ ਰਵਿਦਾਸ ਭਗਤ ਜੀ ਦੇ ਦਰਸ਼ਨ ਹੋਏ। ਉਹਨਾਂ ਦਾ ਚਮਤਕਾਰੀ ਚਿਹਰਾ ਦੇਖ ਕੇ ਉਹ ਸਾਰੇ ਪੰਡਤ ਡਰ ਗਏ ਸਾਧ ਸੰਗੀ, ਤੇ ਝੂਠ ਨਾ ਬੋਲ ਸਕੇ। ਉਹਨਾਂ ਨੇ ਸਾਰਿਆਂ ਨੇ ਰਾਣਾ ਜੀ ਦੇ ਪਾਸੋਂ ਖਿਮਾ ਮੰਗ ਲਈ ਕਿ ਰਾਣਾ ਜੀ ਅਸੀਂ ਤਾਂ ਮਾਇਆ ਦੇ ਭੁੱਖੇ ਆ। ਰਾਣੇ ਨੇ ਸਾਰਿਆਂ ਨੂੰ ਸੋਨਾ, ਨਗਦ ਰੁਪਈਏ
ਤੇ ਕੱਪੜਿਆਂ ਦੇ ਦਾਨ ਦੇ ਦਿੱਤੇ ਸਾਧ ਸੰਗਤ ਜੀ। ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਕਿਲੇ ਤੋਂ ਵਿਦਾ ਕੀਤਾ ਤੇ ਰਾਣੀ ਝਾਲੀ ਬਾਈ ਕੋਲੋਂ ਭਗਤ ਰਵਿਦਾਸ ਜੀ ਦਾ ਜਸ ਸੁਣਿਆ ਰਾਣੇ ਨੇ ਸਾਧ ਸੰਗਤ ਜੀ। ਉਹਨਾਂ ਦੇ ਜੀਵਨ ਦੀਆਂ ਉਹ ਸਾਖੀਆਂ ਸੁਣਾਈਆਂ ਰਾਣੀ ਨੇ ਜੋ ਉਹ ਕਾਂਸੀ ਦੇ ਵਿੱਚੋਂ ਭਗਤ ਰਵਿਦਾਸ ਸਾਹਿਬ ਦੇ ਬਾਰੇ ਸੁਣ ਕੇ ਆਈ ਸੀ। ਰਾਣੀ ਝਾਲੀ ਨੇ ਰਾਣਾ ਸਾਹਿਬ ਨੂੰ ਪ੍ਰੇਰ ਕੇ ਭਗਤ ਰਵਿਦਾਸ ਜੀ ਦਾ ਸ਼ਰਧਾਲੂ ਬਣਾ ਦਿੱਤਾ ਸਾਧ ਸੰਗਤ ਜੀ। ਤੇ ਦੋਹਾਂ ਜੀਆਂ ਨੇ ਫੈਸਲਾ ਕਰਕੇ ਦੋਹਾਂ ਜੀ ਨੇ ਰਲ ਕੇ ਫੈਸਲਾ ਕੀਤਾ ਕਿ ਭਗਤ ਰਵਿਦਾਸ ਜੀ ਨੂੰ ਚਿਤੌੜ ਵੇਖੇ ਸੱਦਿਆ ਜਾਵੇ, ਉਹਨਾਂ ਦੇ ਦਰਸ਼ਨ ਕਰਨੇ ਨੇ ਆਪਾਂ। ਤੇ ਫੈਸਲਾ ਕਰਕੇ ਭਗਤ ਰਵਿਦਾਸ ਜੀ ਨੂੰ ਚਿਤੌੜ ਵਿਖੇ ਸੱਦਣਾ ਕੀਤਾ। ਪ੍ਰੇਮ ਤੇ ਭਗਤੀ ਦੇ ਖਿੱਚੇ ਹੋਏ ਭਗਤ ਰਵਿਦਾਸ ਜੀ ਨੂੰ ਸੁਨੇਹਾ ਮਿਲਦੇ ਸਾਰ ਭਗਤ ਰਵਿਦਾਸ ਸਾਹਿਬ ਜੀ ਚਿਤੌੜ ਨੂੰ ਤੁਰ ਪਏ ਸਾਧ ਸੰਗਤ ਜੀ। ਉਹਨਾਂ ਦੇ ਨਾਲ ਕਈ ਭਗਤ ਵੀ ਤੁਰੇ। ਰਾਹ ਦੇ ਵਿੱਚ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਭਗਤ ਰਵਿਦਾਸ ਜੀ ਚਿਤੌੜ ਵਿਖੇ ਪੁੱਜ ਗਏ। ਰਾਜ ਮਹਲ ਦਾ ਇੱਕ ਹਿੱਸਾ ਉਹਨਾਂ ਵਾਸਤੇ ਖਾਲੀ ਕਰਾ ਦਿੱਤਾ ਭਗਤ ਰਵਿਦਾਸ ਸਾਹਿਬ ਦੇ ਵਾਸਤੇ। ਪੂਜਾ ਦੀ ਸਮੱਗਰੀ ਮੰਗਾਈ ਗਈ ਤੇ ਭੰਡਾਰੇ ਖੋਲ ਦਿੱਤੇ ਗਏ ਸਾਧ ਸੰਗਤ ਜੀ। ਗਰੀਬਾਂ ਨੂੰ ਅੰਨ ਤੇ ਕੱਪੜਾ ਵੰਡਿਆ ਜਾਣ ਲੱਗਿਆ। ਭਗਤ ਰਵਿਦਾਸ ਜੀ ਦੇ ਰਾਜ ਮਹਿਲ ਪੁੱਜਣ ਤੇ ਨਾ ਰਾਣੀ ਨੇ ਸੰਤਾਂ ਪੰਡਤਾਂ ਤੇ ਵਿਦਵਾਨਾਂ ਨੂੰ ਸੱਦ ਕੇ ਇੱਕ ਵੱਡਾ ਜੱਗ ਕਰਨਾ ਚਾਹਿਆ। ਰਾਣੀ ਝਾਲੀ ਬਾਈ ਨੇ ਰਾਣੀ ਦੀ ਸਲਾਹ ਅਮਲ ਦੇ ਵਿੱਚ ਆ ਗਈ ਸਾਧ ਸੰਗਤ ਜੀ। ਜੱਗ ਦਾ ਪ੍ਰਬੰਧ ਕੀਤਾ ਗਿਆ। ਸਾਰੇ ਸ਼ਹਿਰ ਦੇ ਵਿੱਚ ਪੰਡਤ ਜੋਤਸ਼ੀ ਵਿਦਵਾਨਾਂ ਤੇ ਸ਼ਹਿਰ ਦੇ ਪਤਵੰਤਿਆਂ ਨੂੰ ਉਸ ਜੱਗ ਦੇ ਵਿੱਚ ਬੈਠਣ ਤੇ ਪ੍ਰਸਾਦਾ ਛਕਣ ਦਾ ਨਿਉਂਦਾ ਦਿੱਤਾ ਗਿਆ। ਸਾਧ ਸੰਗਤ ਜੀ ਸਾਰਿਆਂ ਨੂੰ ਨਿਉਂਦਾ ਦਿੱਤਾ ਗਿਆ। ਰਾਣਾ ਚਿਤੌੜ ਦਾ ਨਿਉਂਦਾ ਭਲਾ ਸ਼ਾਮਲ ਹੋਣ ਤੋਂ ਨਾ ਕੌਣ ਕਰੇ। ਤੇ ਜੱਗ ਵਾਲੇ ਦਿਨ ਸਭ ਇਕੱਠੇ ਹੋ ਗਏ ਸਾਧ ਸੰਗਤ ਜੀ। ਪੰਡਤ ਜੋਤਸ਼ੀ ਵਿਦਵਾਨ ਜੋ ਸ਼ਹਿਰ ਦੇ ਪਤਵੰਤੇ ਸੀ ਉਹ ਸਾਰੇ ਇਕੱਠੇ ਹੋ ਗਏ। ਜੱਗ ਦੇ ਵਾਸਤੇ ਪੰਗਤਾਂ ਲੱਗ ਗਈਆਂ। ਜਦੋਂ ਪ੍ਰਸਾਦ ਵਰਤਾਉਣ ਲੱਗੇ ਤਾਂ ਦੋ ਸੰਤਾਂ ਨੇ ਨਾ ਸਾਧ ਸੰਗਤ ਜੀ ਤੇ ਪੰਗਤਾਂ ਨੇ ਇਸ ਗੱਲ ਦਾ ਵਿਰੋਧ ਤਾਂ ਕੀਤੀ ਕਿ ਸਾਡੀਆਂ ਪੰਗਤਾਂ ਦੇ ਵਿੱਚ ਭਗਤ ਰਵਿਦਾਸ ਕਿਉਂ ਬੈਠਾ ਹੈ। ਸਾਡੀ ਪੰਗਤ ਵਿੱਚ ਭਗਤ ਰਵਿਦਾਸ ਨਹੀਂ ਬੈਠਣਾ ਚਾਹੀਦਾ। ਇਹ ਸੂਦਰ ਹੈ ਤੇ ਅਸੀਂ ਧਰਮ ਭ੍ਰਿਸ਼ਟ ਨਹੀਂ ਕਰਵਾਵਾਂਗੇ ਆਪਣਾ। ਇਹ ਭਗਤ ਰਵਿਦਾਸ ਸਾਡੇ ਨਾਲ ਨਾ ਬੈਠੇ। ਉਹ ਸਾਰੇ ਪੰਡਤ ਕਹਿਣ ਲੱਗੇ ਅਸੀਂ ਉੱਚ ਕੁਲ ਦੇ ਹਾਂ, ਉੱਚੀ ਜਾਤੀ ਦੇ ਹਾਂ। ਤੇ ਸਾਧ ਸੰਗਤ ਜੀ ਉਹਨਾਂ ਦੇ ਇਹ ਮਨ ਦਾ ਭਰਮ ਸੀ ਵੀ ਅਸੀਂ ਉੱਚੀ ਕੁਲ ਦੇ ਆ। ਸੰਤਾਂ ਦੇ ਇਹ ਕੌੜੇ ਵਚਨ ਭਗਤ ਰਵਿਦਾਸ ਦੇ ਵੀ ਕੰਨਾਂ 'ਚ ਪੈ ਗਏ ਸਾਧ ਸੰਗਤ ਜੀ ਵੀ ਇਹ ਮੇਰੇ ਪੰਗਤ ਬੈਠਣ ਦਾ ਵਿਰੋਧ ਕਰਦੇ ਨੇ। ਪਰ ਭਗਤ ਰਵਿਦਾਸ ਸਾਹਿਬ ਜੀ ਕ੍ਰੋਧਵਾਨ ਨਹੀਂ ਹੋਏ ਤੇ ਬੈਠੇ ਮੁਸਕਰਾਉਂਦੇ ਰਹੇ ਸਾਧ ਸੰਗਤ ਜੀ।
ਭਗਤੀ ਦੇ ਨਾਲ ਰਵਿਦਾਸ ਜੀ ਲੋਕਾਂ ਦਾ ਸੁਧਾਰ ਵੀ ਕਰਦੇ ਸੀ। ਜਿਵੇਂ ਜਿਵੇਂ ਭਗਤੀ ਕਰਦੇ ਸੀ, ਪਰਮੇਸ਼ਰ ਦੀ ਬੰਦਗੀ ਕਰਦੇ ਸੀ, ਬੰਦਗੀ ਦੇ ਨਾਲ ਭਗਤ ਰਵਿਦਾਸ ਸਾਹਿਬ ਜੀ ਲੋਕਾਂ ਦਾ ਸੁਧਾਰ ਵੀ ਕਰਦੇ ਸੀ। ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਨੇ ਨਾ ਸਾਧ ਸੰਗਤ ਜੀ ਰਾਣੀ ਝਾਲੀ ਬਾਈ ਨੂੰ ਕੋਲ ਸੱਦ ਲਿਆ। ਜਦੋਂ ਪੰਡਤਾਂ ਨੇ ਵਿਰੋਧ ਕੀਤਾ ਪੰਗਤ ਵਿੱਚ ਬੈਠਣ ਦਾ, ਤੇ ਕੋਲ ਸੱਦ ਕੇ ਕਿਹਾ ਕਿ ਇਹ ਰਾਣੀ ਜੀ, ਇਹ ਉੱਚ ਬ੍ਰਾਹਮਣ ਨੇ, ਇਹ ਉੱਚੀ ਜਾਤ ਦੇ ਬ੍ਰਾਹਮਣ ਨੇ, ਇਹਨਾਂ ਨੂੰ ਭੋਜਨ ਖਵਾ ਦਿਓ। ਅਸਾਂ ਦੀ ਕੋਈ ਗੱਲ ਨਹੀਂ, ਅਸੀਂ ਤਾਂ ਪ੍ਰਸਾਦਾ ਪਿੱਛੋਂ ਛਕ ਲਵਾਂਗੇ। ਭਗਤ ਰਵਿਦਾਸ ਜੀ ਕਹਿਣ ਲੱਗੇ, ਇਹ ਕੌੜੇ ਬਚਨ ਬੋਲਦੇ ਨੇ, ਇਹ ਫਿੱਕੇ ਬਚਨ ਬੋਲਦੇ ਨੇ, ਮੈਂ ਆਪਣੀਆਂ ਕੰਨਾਂ ਦੇ ਨਾਲ ਸੁਣ ਲਏ। ਇਹ ਕਹਿੰਦੇ ਅਸੀਂ ਉੱਚ ਜਾਤੀ ਦੇ ਆ, ਤੇ ਕਿਰਪਾ ਕਰਕੇ ਇਹਨਾਂ ਨੂੰ ਪ੍ਰਸਾਦ ਪਹਿਲਾਂ ਛਕਾ ਦਿਓ, ਅਸੀਂ ਬਾਅਦ ਵਿੱਚ ਛਕ ਲਵਾਂਗੇ। ਜਦੋਂ ਰਾਣੀ ਝਾਲੀ ਬਾਈ ਨੇ ਇੰਨੇ ਬਚਨ ਸੁਣੇ ਨਾ ਸਾਧ ਸੰਗਤ ਜੀ ਭਗਤ ਰਵਿਦਾਸ ਜੀ ਦੇ ਪਾਸੋਂ, ਤੇ ਰਾਣੀ ਝਾਲੀ ਬਾਈ ਵਿਆਕੁਲ ਹੋ ਕੇ ਉੱਠੀ। ਸਾਧ ਸੰਗਤ ਜੀ, ਉਸ ਦੇ ਮਨ ਵਿੱਚ ਆਇਆ ਕਿ ਮੈਂ ਇੱਦਾਂ ਕਰਾਂ ਕਿ ਸਾਰਿਆਂ ਪੰਡਤਾਂ ਨੂੰ, ਵਿਦਵਾਨਾਂ ਨੂੰ ਕੰਨੋਂ ਫੜ ਕੇ ਨਾ ਬਾਹਰ ਕੱਢ ਦੇਵਾਂ। ਇਹ ਮੇਰੇ ਗੁਰੂ ਭਗਤ ਰਵਿਦਾਸ ਜੀ ਬਾਰੇ ਮਾੜਾ ਬੋਲਦੇ ਨੇ, ਤੇ ਮੇਰਾ ਜੀ ਕਰਦਾ ਵੀ ਇਹਨਾਂ ਨੂੰ ਕੰਨੋਂ ਫੜ ਕੇ ਸਾਰਿਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਵਾਂ। ਪਰ ਸਾਧ ਸੰਗਤ ਜੀ ਭਗਤ ਰਵਿਦਾਸ ਜੀ ਨੇ ਰਾਣੀ ਝਾਲੀ ਬਾਈ ਨੂੰ ਸਮਝਾਇਆ ਕਿ ਸ਼ਾਂਤ ਰਹਿਣਾ ਚਾਹੀਦਾ ਮਨੁੱਖ ਨੂੰ। ਰਾਣਾ ਤੇ ਰਾਣੀ ਸਾਧ ਸੰਗਤ ਜੀ ਨਮੋਸ਼ੇ ਜਿਹੇ ਹੋ ਕੇ ਖਲੋ ਗਏ। ਪ੍ਰਸਾਦਾ ਛਕਣਾ ਨਹੀਂ ਸ਼ੁਰੂ ਨਹੀਂ ਕੀਤਾ ਪੰਡਤਾਂ ਨੇ। ਜਦੋਂ ਮਹਿਸੂਸ ਜਿਹੇ ਹੋ ਕੇ ਖੜੇ ਹੋ ਗਏ ਨਾ, ਤੇ ਆਖਰ ਰਾਣਾ ਜੀ ਨੇ ਪੰਗਤ ਵਿੱਚ ਜਾ ਕੇ ਪੰਡਤਾਂ ਨੂੰ ਕਿਹਾ ਕਿ ਪੰਡਤ ਜੀ ਭੋਜਨ ਖਾਓ, ਤੁਸਾਂ ਦੀ ਗੱਲ ਮੰਨ ਲਈ ਗਈ ਹੈ, ਭਗਤ ਰਵਿਦਾਸ ਤੁਹਾਡੇ ਨਾਲ ਨਹੀਂ ਬੈਠਣਗੇ, ਤੁਸੀਂ ਭੋਜਨ ਛਕ ਲਓ ਪਹਿਲਾਂ, ਤੇ ਭਗਤ ਰਵਿਦਾਸ ਤੁਹਾਡੇ ਨਾਲ ਨਹੀਂ ਬੈਠਣਗੇ। ਮੂਰਖ ਜਾਤ ਤੇ ਅਭਿਮਾਨੀ ਪੰਡਤ ਲੱਗੇ ਭੋਜਨ ਕਰਨ। ਸਾਧ ਸੰਗਤ ਜਿਸ ਵੇਲੇ ਉਹ ਖੁਸ਼ ਹੋ ਗਏ ਵੀ ਸਾਡੀ ਗੱਲ ਮੰਨ ਲਈ। ਉਹ ਮੂਰਖ ਜਾਤ ਤੇ ਅਭਿਮਾਨੀ ਪੰਡਤ ਜਦੋਂ ਭੋਜਨ ਕਰਨ ਲੱਗੇ ਨਾ ਸਾਧ ਸੰਗਤ ਜੀ, ਤੇ ਉਹ ਹੱਸਦੇ ਸਨ ਕਿ ਉਹਨਾਂ ਦੀ ਗੱਲ ਮੰਨ ਲਈ। ਰਾਣੇ ਨੇ ਉਹਨਾਂ ਦੀ ਗੱਲ ਮੰਨ ਲਈ, ਪਰ ਉਹ ਐਸੇ ਮੂਰਖ ਸਨ ਜੈਸੇ ਕਿ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਕਰਦੇ ਨੇ ਕਿ ਜਿਹੜੇ ਆਪਣੀ ਖੇ ਉਡਾ ਕੇ ਆਪਣੇ ਸਿਰ ਪਾਉਂਦੇ ਹੋਣ, ਜਿਹੜੇ ਖੇ ਉਡਾ ਕੇ ਆਪਣੀ ਸਿਰ ਦੇ ਵਿੱਚ ਪਾਉਂਦੇ ਹੋਣ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਜਿਉਂ ਹਾਥੀ ਨਾ ਨਹਾਵਣਾ, ਬਾਹਰ ਨਿਕਲ ਖੀ ਉਡਾਵੇ, ਜਿਉਂ ਉਠਾ ਦਾ ਖਾਵਣਾ, ਪਰ ਹਰ ਕਣਕ ਜਵਾਰਾ ਖਾਵੇ। ਕਮਲੇ ਦਾ ਕਸੁਟੜਾ, ਕਦੇ ਲੱਕ ਕਦੇ ਸੀਸ ਬੁਲਾਵੇ, ਮੂਰਖ ਦਾ ਕਿਉਂ ਹੱਥ ਨਾ ਆਵੇ। ਕਹਿੰਦੇ ਮੂਰਖ ਆਖ ਤਾਂ ਬੈਠੇ ਉਹ ਪੰਡਤ, ਤੇ ਜਦੋਂ ਭਗਵਾਨ ਦਾ ਕੌਤਕ ਦੇਖਿਆ ਤੇ ਉਹ ਸਾਰੇ ਪੰਡਤ ਡਰ ਗਏ। ਸਾਧ ਸੰਗਤ ਜੀ, ਕਈ ਸਮਝਦੇ ਸਨ, ਤੇ ਉਹਨਾਂ ਸਾਰਿਆਂ ਨੇ ਰੌਲਾ ਪਾਤਾ ਪੰਗਤ ਵਿੱਚ ਬੈਠਿਆਂ ਨੇ। ਸਾਧ ਸੰਗਤ ਜੀ, ਜਦੋਂ ਭਗਵਾਨ ਦਾ ਕੌਤਕ ਵਰਤਿਆ, ਜਦੋਂ ਪੰਗਤ ਜੀ ਬੈਠੇ ਭੋਜਨ ਛਕਣ ਲੱਗੇ ਨਾ, ਤੇ ਸਾਰੇ ਪੰਡਤਾਂ ਨੇ ਰੌਲਾ ਪਾਤਾ। ਉਹ ਕਹਿੰਦਾ ਮੇਰੇ ਨਾਲ ਰਵਿਦਾਸ ਬੈਠਾ, ਉਹ ਕਹਿੰਦਾ ਮੇਰੇ ਨਾਲ ਰਵਿਦਾਸ ਬੈਠਾ ਭੋਜਨ ਖਾਂਦਾ।
ਸਾਰਿਆਂ ਨੇ ਰੌਲਾ ਪਾਤਾ ਸਾਧ ਸੰਗਤ ਜੀ। ਤੇ ਜਿਹੜੇ ਭੋਜਨ ਵਰਤਾ ਰਹੇ ਸੀ ਉਹ ਹੱਸ ਰਹੇ ਨੇ ਕਿ ਇਹਨਾਂ ਪੰਡਤਾਂ ਨੂੰ ਕੀ ਹੋ ਗਿਆ। ਤੇ ਮਹਾਤਮਾ ਉਹ ਕਹਿਣ ਲੱਗੇ, ਮਹਾਤਮਾ ਜੀ ਪ੍ਰਸਾਦਾ ਛਕੋ, ਆਪਣੇ ਭਰਮ ਛੱਡ ਦਿਓ, ਡਰ ਤੇ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ। ਉਹ ਪ੍ਰਸਾਦੇ ਛਕਾਉਣ ਵਾਲੇ ਕਹਿੰਦੇ ਨੇ ਪੰਡਤਾਂ ਨੂੰ। ਉਹ ਸਾਰੇ ਰੌਲਾ ਪਾ ਰਹੇ ਨੇ, ਜਿਹੜਾ ਵੀ ਬੁਰਕੀ ਤੋੜਦਾ ਉਹ ਕਹਿੰਦਾ ਮੇਰੇ ਨਾਲ ਰਵਿਦਾਸ ਬੈਠਾ ਭੋਜਨ ਖਾ ਰਿਹਾ ਹੈ। ਤੇ ਉਹ ਸਾਰੇ ਡਰ ਗਏ ਸਾਧ ਸੰਗਤ ਜੀ। ਵੱਡੇ ਛੋਟੇ ਸਾਰੇ ਪੰਡਤ ਬੋਲ ਪਏ ਤੇ ਸਿਆਣਿਆਂ ਨੇ ਭਗਤੀ ਲੀਲਾ ਸਮਝੀ ਕਿ ਉਹਨਾਂ ਦਾ ਜਾਤ ਦਾ ਅਭਿਮਾਨ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਿਆ। ਉਹ ਆਪਣੀ ਉੱਚ ਜਾਤੀ ਦਾ ਮਾਣ ਕਰਦੇ ਸੀ। ਇਹ ਕੌਤਕ ਭਗਵਾਨ ਦਾ ਹੈ। ਸਾਰੇ ਸੋਚਣ ਲੱਗ ਪਏ ਸਾਧ ਸੰਗਤ ਜੀ। ਤੇ ਪੰਡਤ ਹਾਰ ਗਏ। ਉਹਨਾਂ ਨੇ ਰਾਣਾ ਜੀ ਅੱਗੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਜੀ ਭਗਤ ਰਵਿਦਾਸ ਸਾਹਿਬ ਨੂੰ ਵੀ ਸੱਦੋ, ਕਿੱਥੇ ਬੈਠੇ ਨੇ। ਉਹ ਵੀ ਪੰਗਤ ਵਿੱਚ ਬੈਠਣ, ਤਾਂ ਹੀ ਸਾਡਾ ਭੋਜਨ ਅਸੀਂ ਸਕਾਂਗੇ, ਤੇ ਅਸੀਂ ਭਗਤ ਰਵਿਦਾਸ ਤੋਂ ਬਿਨਾਂ ਭੋਜਨ ਨਹੀਂ ਸਕਦੇ। ਅਸੀਂ ਹਾਰੇ ਭਗਵਾਨ ਭਗਤੀ ਤੇ ਪ੍ਰੇਮਾਂ ਦੀ ਭਾਵਨਾ ਦਾ ਭੁੱਖਾ ਹੈ। ਉਸ ਭਗਵਾਨ ਨੂੰ ਜਾਤ ਪਾਤ ਦਾ ਨਹੀਂ, ਉਹ ਤਾਂ ਭਗਤੀ ਦਾ ਭੁੱਖਾ ਹੈ ਪਰਮਾਤਮਾ। ਭਗਤ ਰਵਿਦਾਸ ਜੀ ਨਾਲ ਬੈਠੇ ਤਾਂ ਉਹਨਾਂ ਸਾਰੇ ਪੰਡਤਾਂ ਨੇ ਭੋਜਨ ਛਕਿਆ ਸਾਧ ਸੰਗਤ ਜੀ। ਫੇਰ ਦੁਬਾਰਾ ਭੋਜਨ ਛਕੇ ਪਿੱਛੋਂ ਭਗਤ ਰਵਿਦਾਸ ਜੀ ਨੇ ਸਾਰਿਆਂ ਨੂੰ ਬਚਨ ਕੀਤੇ ਕਿ ਭਾਈ, ਜਿਸ ਵੇਲੇ ਮਨੁੱਖ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ, ਤੇ ਗਰਭ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਕਿਹੜੀ ਜਾਤੀ ਦੇ ਨਾਲ ਸੰਬੰਧ 'ਚ ਪੈਦਾ ਹੋਣਾ ਹੈ। ਤੇ ਜਾਤ ਕਰਕੇ ਕੋਈ ਨੀਵਾਂ ਨਹੀਂ ਹੁੰਦਾ। ਤੇ ਪਰਮੇਸ਼ਰ ਦੀ ਭਗਤੀ ਨੀਵਿਆਂ ਨੂੰ ਵੀ ਉੱਚੇ ਕਰ ਦਿੰਦੀ ਹੈ। ਸਾਰਿਆਂ ਨੂੰ ਉਪਦੇਸ਼ ਦਿੱਤਾ ਤੇ ਵਿਦਾ ਕੀਤਾ ਸਾਧ ਸੰਗਤ ਜੀ ਉਹਨਾਂ ਸਾਰੇ ਪੰਡਤਾਂ ਨੂੰ। ਚਤੌੜ ਦੇ ਰਾਣਾ ਚੰਦਰਹਾਸ ਨੂੰ ਉਤਾਰਦੇ ਹੋਏ ਭਗਤ ਰਵਿਦਾਸ ਜੀ ਦੇਸ਼ ਦਾ ਰਟਨ ਕਰਦੇ ਹੋਏ, ਤੀਰਥ ਦਾ ਇਸ਼ਨਾਨ ਕਰਦੇ ਹੋਏ ਕਾਂਸੀ ਨਗਰੀ ਦੇ ਵਿੱਚ ਆ ਗਏ ਸਾਧ ਸੰਗਤ ਜੀ। ਕਾਂਸੀ ਦੇ ਵਿੱਚ ਇੱਕ ਹਿੰਦੂ ਰਾਜਾ ਨਾਗਰਮਲ ਵੀ ਸੀ ਸਾਧ ਸੰਗਤ ਜੀ। ਉਹ ਮੁਗਲ ਸਰਕਾਰ ਦੇ ਅਧੀਨ ਰਹਿੰਦਾ ਤੇ ਆਪਣਾ ਰਾਜ ਕਰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਤੀਰਥ ਤੇ ਧਰਮਾਂ ਦੇ ਬਹੁਤੇ ਮੁਕੱਦਮੇ ਇਹਦੇ ਨਾਗਰਮਲ ਦੇ ਕੋਲ ਜਾਂਦੇ ਸੀ ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ। ਜਦੋਂ ਭਗਤ ਰਵਿਦਾਸ ਜੀ ਵਾਪਸ ਕਾਂਸੀ ਆਏ ਤਾਂ ਆਪ ਜੀ ਦਾ ਜਸ ਦੂਣ ਛਵਾਇਆ ਹੋਣ ਲੱਗਿਆ। ਰਾਜੇ ਨਾਗਰਮਲ ਨੇ ਇੱਕ ਵੱਡਾ ਜੱਗ ਕੀਤਾ ਸਾਧ ਸੰਗਤ ਜੀ, ਤੇ ਉਸ ਜੱਗ ਦੇ ਵਿੱਚ ਭਗਤ ਰਵਿਦਾਸ ਨੂੰ ਵੀ ਸੱਦਿਆ ਗਿਆ ਵੀ ਅਸੀਂ ਜੱਗ ਕੀਤਾ ਤੇ ਭਗਤ ਜੀ ਆਪ ਹੀ ਨੇ ਸਾਡੇ ਜੱਗ ਦੇ ਵਿੱਚ ਸ਼ਾਮਲ ਹੋਣਾ ਹੈ। ਜਦੋਂ ਆਪ ਆਏ ਤਾਂ ਆਪ ਭਗਤ ਰਵਿਦਾਸ ਦੇ ਨਾਲ ਸ਼ਰਧਾਲੂ ਤੇ ਸੇਵਕ ਵੀ ਸਨ ਸਾਧ ਸੰਗਤ ਜੀ ਉਹਨਾਂ ਦੇ ਨਾਲ। ਜਦੋਂ ਉਹ ਜੱਗ ਦੇ ਵਿੱਚ ਸ਼ਾਮਲ ਹੋਣ ਲੱਗੇ ਨਾ ਸਾਧ ਸੰਗਤ ਜੀ, ਤੇ ਜੱਗ ਦੇ ਵਿੱਚ ਸ਼ਾਮਲ ਬ੍ਰਾਹਮਣਾਂ ਨੇ ਰੌਲਾ ਪਾ ਦਿੱਤਾ ਕਿ ਅਸੀਂ ਸ਼ੂਦਰ ਰਵਿਦਾਸ ਨੂੰ ਬ੍ਰਾਹਮਣਾਂ ਦੇ ਵਿੱਚ ਨਹੀਂ ਬੈਠਣ ਦੇਵਾਂਗੇ, ਅਸੀਂ ਆਪਣੀ ਪੰਗਤ ਵਿੱਚ ਨਹੀਂ ਬੈਠਣ ਦੇਵਾਂਗੇ। ਉਹਨਾਂ ਨੇ ਸਾਰਿਆਂ ਨੇ ਰੌਲਾ ਪਾ ਦਿੱਤਾ। ਇਸ ਤਰ੍ਹਾਂ ਅਸਾਂ ਦਾ ਅਪਮਾਨ ਹੁੰਦਾ ਤੇ ਸਾਡਾ ਧਰਮ ਭ੍ਰਿਸ਼ਟ ਹੁੰਦਾ। ਸਾਡੇ ਨਾਲ ਰਵਿਦਾਸ ਬੈਠਦਾ। ਰਵਿਦਾਸ ਭਾਵੇਂ ਭਗਤੀ ਕਰਦਾ ਫਿਰ ਵੀ ਜਨਮ ਕਰਕੇ ਤਾਂ ਸ਼ੂਦਰ ਹੀ ਹੈ ਨਾ। ਭਾਵੇਂ ਭਗਤੀ ਕਰਦਾ ਹੈ ਤਾਂ ਸ਼ੂਦਰ ਹੀ ਹੈ ਨਾ ਰਵਿਦਾਸ। ਜਦੋਂ ਪੰਡਤਾਂ ਨੇ ਇਹ ਰੌਲਾ ਪਾਤਾ ਨਾ ਸਾਧ ਸੰਗਤ ਜੀ ਉਹਨਾਂ ਬ੍ਰਾਹਮਣਾਂ ਨੇ, ਤੇ ਇਹ ਸੁਣ ਕੇ ਨਾਗਰਮਲ ਸੋਚਾਂ ਦੇ ਵਿੱਚ ਪੈ ਗਿਆ ਵੀ ਹੁਣ ਕੀ ਕਿੱਦਾਂ ਜਾਵੇ।
ਨਾ ਤਾਂ ਉਹ ਭਗਤ ਰਵਿਦਾਸ ਨੂੰ ਆਖ ਸਕਦੇ ਨੇ ਵੀ ਸਾਡੇ ਜਗ ਦੇ ਵਿੱਚ ਨਾ ਆਓ, ਵੀ ਸ਼ਾਮਲ ਨਾ ਹੋ, ਤੇ ਨਾ ਉਹ ਬ੍ਰਾਹਮਣਾਂ ਨੂੰ ਗੁੱਸੇ ਕਰ ਸਕਦੇ ਨੇ ਇਸ ਜਗ ਵਿੱਚ ਸ਼ਾਮਲ ਨਾ ਹੋਣ। ਵੀ ਉਹਨਾਂ ਦੇ ਪੂਜਨ ਤੇ ਲੋਕ ਤੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਸਾਧ ਸੰਗਤ ਜੀ, ਜਦੋਂ ਭਗਤ ਰਵਿਦਾਸ ਜੀ ਪੁੱਜੇ ਨਾ ਜਗ ਦੇ ਵਿੱਚ, ਤੇ ਸਾਮਣ ਲੋਕਾਂ ਨੇ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਮੱਥੇ ਟੇਕਣੇ ਸ਼ੁਰੂ ਕਰ ਦਿੱਤੇ, ਤੇ ਮਾਇਆ ਦੇ ਢੇਰ ਲੱਗ ਗਏ ਭਗਤ ਰਵਿਦਾਸ ਜੀ ਦੇ ਕੋਲ। ਤੇ ਬ੍ਰਾਹਮਣਾਂ ਦੇ ਵੱਲ ਤਾਂ ਕਿਸੇ ਨੇ ਵੇਖਿਆ ਹੀ ਨਾ। ਸਾਧ ਸੰਗਤ ਜੀ, ਜਿਹੜਾ ਵੀ ਆਵੇ ਨਮਸਕਾਰ ਕਰਕੇ ਭਗਤ ਰਵਿਦਾਸ ਜੀ ਨੂੰ ਮੱਥਾ ਟੇਕੇ, ਮਾਇਆ ਉਧਰ ਟੇਕੀ ਜਾਵੇ, ਤੇ ਬ੍ਰਾਹਮਣਾਂ ਦੇ ਵੱਲ ਕੋਈ ਜਾਵੇ ਨਾ। ਸਾਰੇ ਨਿਰਾਸ਼ ਹੋ ਗਏ ਉਹ ਪੰਡਤ। ਸਾਧ ਸੰਗਤ ਜੀ, ਜਦੋਂ ਨਿਰਾਸ਼ ਹੋ ਗਏ, ਬ੍ਰਾਹਮਣਾਂ ਨੇ ਰਾਜਾ ਨਾਗਰਵਾਲ ਦੇ ਕੋਲ ਜਾ ਕੇ ਫਰਿਆਦ ਕੀਤੀ। ਉਹਨਾਂ ਨੇ ਰਾਜੇ ਨੂੰ ਕ੍ਰੋਧ ਦੇ ਨਾਲ ਆਖਿਆ, ਸਾਰੇ ਪੰਡਤਾਂ ਨੇ। ਉਹ ਰਾਜੇ ਨਾਗਰਵਾਲ ਨੂੰ ਕਹਿਣ ਲੱਗੇ, ਹੇ ਰਾਜਨ, ਤੁਸਾਂ ਪੁਰਾਣੇ ਸ਼ਾਸਤਰਾਂ, ਸਿਮਰਤੀਆਂ, ਬ੍ਰਾਹਮਣਾਂ ਤੇ ਗ੍ਰੰਥਾਂ ਦਾ ਅਪਮਾਨ ਕੀਤਾ, ਤੇ ਇਸ ਜਗ ਦੇ ਵਿੱਚ ਸ਼ੂਦਰ ਦਾ ਭਲਾ ਕੀ ਕੰਮ ਸੀ? ਤੁਸੀਂ ਭਗਤ ਰਵਿਦਾਸ ਨੂੰ ਵੀ ਇਹਦੇ ਜਗ ਦੇ ਵਿੱਚ ਸ਼ਾਮਲ ਕੀਤਾ, ਤੇ ਹੁਣ ਤਾਂ ਕਲਯੁਗ ਆ ਗਿਆ, ਅਸੀਂ ਤੁਹਾਡਾ ਪ੍ਰਸਾਦਾ ਨਹੀਂ ਸਕਾਂਗੇ। ਉਹ ਪੰਡਤ ਕਹਿਣ ਲੱਗੇ, ਅਸੀਂ ਤਾਂ ਚਲੇ ਜਾਣੇ ਆ। ਤੇ ਅਸਲ ਵਿੱਚ ਬ੍ਰਾਹਮਣ ਲਾਲਚੀ ਸੀ। ਸਾਧ ਸੰਗਤ ਜੀ, ਅਸਲ ਦੇ ਵਿੱਚ ਉਹ ਸਾਰੇ ਬ੍ਰਾਹਮਣ ਲਾਲਚੀ ਸਨ। ਉਹ ਜੱਗ ਛੱਡ ਕੇ ਜਾਣਾ ਵੀ ਨਹੀਂ ਸੀ ਚਾਹੁੰਦੇ, ਤੇ ਆਪਣਾ ਰੋਹਬ ਪਾਈ ਜਾਂਦੇ ਸੀ ਰਾਜੇ ਦੇ ਉੱਪਰ। ਨਾਗਰਮਲ ਨੇ ਧੀਰਜ ਦੇ ਤੇ ਗੰਭੀਰਤਾ ਦੇ ਨਾਲ ਆਖਿਆ ਕਿ ਹੇ ਪੰਡਤ ਜਨੋ, ਇਸ ਗੱਲ ਦਾ ਕਈ ਵਾਰ ਫੈਸਲਾ ਹੋ ਚੁੱਕਿਆ ਹੈ ਕਿ ਭਗਤ ਰਵਿਦਾਸ ਜੀ ਇੱਕ ਬ੍ਰਾਹਮਣ ਸਰੂਪ ਆਤਮਾ ਨੇ, ਤੇ ਤੁਸੀਂ ਜਾਤ ਪਾਤ ਦਾ ਭਰਮ ਨਾ ਕਰੋ। ਰਾਜਾ ਨਾਗਰਮਲ ਕਹਿਣ ਲੱਗਿਆ, ਜੋ ਕੋਈ ਭੋਜਨ ਕਰਦਾ ਹੈ, ਜੇ ਕੋਈ ਭਜਨ ਕਰਦਾ ਨਾ, ਪਰਮਾਤਮਾ ਦੀ ਬੰਦਗੀ ਕਰਦਾ ਜਿਹੜਾ ਕੋਈ, ਸੋ ਪਵਿੱਤਰ ਤੇ ਉੱਚੀ ਕੁਲ ਵਾਲਾ ਹੋ ਜਾਂਦਾ। ਉਹ ਮਨੁੱਖ ਵੱਡੀ ਉੱਚੀ ਕੁਲ ਵਾਲਾ ਉਹ ਮਨੁੱਖ ਬਣ ਜਾਂਦਾ ਜਿਹੜਾ ਪਰਮਾਤਮਾ ਦੀ ਭਜਨ ਬੰਦਗੀ ਕਰਦਾ। ਤੇ ਕਰਮ ਪ੍ਰਧਾਨ ਹੈ, ਜਾਤ ਪ੍ਰਧਾਨ ਨਹੀਂ। ਰਾਜਾ ਨਾਗਰਮਲ ਕਹਿਣ ਲੱਗਿਆ, ਮਨੁੱਖ ਦੇ ਜਿਹੜੇ ਕਰਮ ਨੇ ਉਹੀ ਮਨੁੱਖ ਨੂੰ ਵਧੀਆ ਬਣਾਉਂਦੇ ਨੇ। ਚੰਗੇ ਕਰਮ ਮਨੁੱਖ ਨੂੰ ਚੰਗਾ ਬਣਾਉਂਦੇ ਨੇ, ਮਾੜੇ ਕਰਮ ਮਨੁੱਖ ਨੂੰ ਮਾੜਾ ਬਣਾ ਦਿੰਦੇ ਨੇ। ਆਓ ਭਗਤ ਜੀ ਦੇ ਕੋਲ ਚੱਲ ਕੇ ਆਪਾਂ ਫੈਸਲਾ ਕਰ ਲੈਂਦੇ ਹਾਂ। ਰਾਜਾ ਨਾਗਰਮਲ ਕਹਿਣ ਲੱਗਿਆ ਵੀ ਆਪਾਂ ਭਗਤ ਰਵਿਦਾਸ ਦੇ ਕੋਲ ਚਲੇ ਜਾਂਦੇ ਹਾਂ, ਉੱਥੇ ਜਾ ਕੇ ਫੈਸਲਾ ਕਰ ਲਾਂਗੇ। ਇਹ ਆ ਕੇ ਰਾਜਾ ਬ੍ਰਾਹਮਣਾਂ ਨੂੰ ਨਾਲ ਲੈ ਕੇ ਭਗਤ ਰਵਿਦਾਸ ਦੇ ਕੋਲ ਚਲੇ ਗਏ। ਸਾਧ ਸੰਗਤ ਜੀ, ਅੰਤਰਜਾਮੀ ਭਗਤ ਰਵਿਦਾਸ ਜੀ ਘੜ ਘੜ ਦੀ ਜਾਣਹਾਰ ਸਨ। ਉਹਨਾਂ ਨੇ ਰਾਜੇ ਦੇ ਮਨ ਦੀ ਭਾਵਨਾ ਜਾਣ ਲਈ, ਤੇ ਰਾਜੇ ਨੂੰ ਕਿਹਾ ਕਿ ਹੇ ਰਾਜਨ, ਆਪ ਹੁਕਮ ਕਰੋ, ਆਪ ਜੀ ਨੇ ਕਿਵੇਂ ਆਉਣਾ ਕੀਤਾ? ਨਾਗਰਮਲ ਕਹਿਣ ਲੱਗਿਆ, ਮਹਾਰਾਜ, ਆ ਜਿਹੜੇ ਬ੍ਰਾਹਮਣ ਨੇ ਮੇਰੇ ਨਾਲ ਆਏ ਨੇ ਨਾ, ਇਹ ਸ਼ੰਕਾ ਕਰਦੇ ਨੇ ਤੁਹਾਡੇ ਦੇ ਉੱਪਰ, ਤੇ ਇਹਨਾਂ ਦੀ ਸ਼ੰਕਾ ਨਿਵਰਤ ਕਰ ਦਿਓ, ਇਹਨਾਂ ਦੇ ਭਰਮ ਭੁਲੇਖੇ ਕੱਢ ਦਿਓ। ਭਗਤ ਰਵਿਦਾਸ ਜੀ ਨੂੰ ਰਾਜਾ ਨਾਗਰਮਲ ਕਹਿਣ ਲੱਗਿਆ ਵੀ ਇਹਨਾਂ ਬ੍ਰਾਹਮਣਾਂ ਦੇ ਭਰਮ ਭੁਲੇਖੇ ਦੂਰ ਕਰੋ। ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਰਾਜਨ, ਇਹ ਸਾਰੇ ਬ੍ਰਾਹਮਣ ਸਤਿਕਾਰਯੋਗ ਨੇ, ਸਾਰੇ ਇਹਨਾਂ ਨੂੰ ਨਮਸਕਾਰ ਕਰਦੇ ਨੇ, ਤੇ ਇਹ ਬ੍ਰਾਹਮਣ ਸਾਡੇ ਤੇ ਕਿਹੜੀ ਗੱਲ ਦਾ ਸ਼ੰਕਾ ਕਰਦੇ ਨੇ? ਅਸੀਂ ਤਾਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਇਹਨਾਂ ਨੂੰ ਅਸੀਂ ਕੀ ਆਖਦੇ ਹਾਂ? ਭਲਾ ਇਹ ਸਾਨੂੰ ਦੱਸ ਸਕਦੇ ਨੇ ਵੀ ਸਾਡਾ ਇਹ ਵਿਰੋਧ ਕਿਉਂ ਕਰਦੇ ਨੇ? ਅਸੀਂ ਤਾਂ ਇਹਨਾਂ ਦਾ ਸਤਿਕਾਰ ਕਰਦੇ ਹਾਂ।
राजा नागरमल कहन लग्या कि भगत जी इन्हां दी पहली संख्या ये है कि आप जन्म करके शूद्र हो। इस बात पुराने शास्त्रां दे अनुसार आप दा जग दे विच शामिल होना ठीक नहीं, आप अलग बैठो, ये कह रहे ने भी जग दे विच नहीं बैठ सकते तुसीं। भगत रविदास जी कहते फिर दूसरी संख्या की है इन्हां दी, दूसरा भुलेखा की है इन्हां दा। नागरमल कहन लग्या महाराज दूसरी शंका इन्हां दी आप ही दे नाल ये है कि एक पासे तां एक ईश्वर की उपासना दसदे हो तुसीं ते देवी देवते ठाकुर जंजू आदਿਕ नूं झूठा आखदे हो, दूसरे पासे आप ये सारियां मर्यादा भी करदे हो। तुसां ने जंजू भी पाए होए ने, ये ब्राह्मणां वाली ठगी है। ऐसे सांके इन्हां दा जवाब देना करो आप जी, इन्हां दी गल दा जवाब दिओ। जदों अज ने कहा ना राजे नागरमल ने ते भगत रविदास जी हस भेसा संगत जी, उन्होंने हस के कहा कि हे राजन असानू समझ नहीं पैंदी ब्राह्मण लोग किस गल दी ईर्खा करते हैं। परमात्मा सब दा करता है, परमात्मा सब नूं पैदा करने वाला है, इसलिए उसकी पूजा करते हाँ। असीं उस परमात्मा का जस करते हाँ भी सारिਆਂ नूं पैदा करने वाला एक परमात्मा है। जिहड़ा संख सागर दे विचों मिलिया विष्णु ने अर्पिया ते चंदन ठंडी वस्तु है जो मत्थे ते लाया जाता चंदन, तां शीतलता करके असीं जंजू धागे दा नहीं पाया, इन्हां पंडितां दा भुलेखा है। असीं धागे वाला जंजू नहीं पाया, जंजू तां असीं सत ते धर्म दा पाया होया है। नेकी ते सेवा दी निशानी है ते ब्राह्मणां दी मालकी नहीं भी कल्ले ब्राह्मण ही जंजू पा सकते ने, ना इन्हां दी निजी कोई जायदाद है। ये तो एक घुमंड है, इन्हां दा हंकार है। सिर्फ राज भाग इन्हां दे अधीन रहा, इन्हां ने मर्जी दे नाल किसी नूं उच्चा ते किसी नूं नीवा करार दे दिता है। ये इन्हां ने बनाए ने सारे वर्ण। भगत रविदास जी कहन लगे भी किसी नूं नीवा दिखा दिंदे ने, किसी नूं उच्चा चक दिंदे ने। इन्हां पंडितां ने रौले पाए होए ने सारे। इन्हां ने मर्जी दे नाल किसी नूं उच्चा ते किसी नूं नीवा करार दे दिता। भला सोचो हे राजन, जे असीं कांसी दे विच जन्म ना लैंदे, किते बाहरों आउंदे, तां की पता लगदा सी कि असीं कौन है, असीं किहड़ी जाति दे नाल संबंध रखदे हां। असीं कांसी दे विच जन्म लै लिया, इन्हां नूं पता लग गया भी ये गरीब घर पैदा होए ने। जे असीं बाहरों आउंदे इन्हां नूं की पता लगना सी। पंज तत्त दा शरीर है, किसी दा रंग गोरा, किसी दा काला, ते जात दे नाल किसी शरीर का कोई संबंध नहीं। भगत रविदास जी कहन लगे जात नाल किसी शरीर का कोई संबंध नहीं। खतरी ते ब्राह्मण भी काले ने, काले रंग दे ने। खतरी भी बहुत ते ब्राह्मण भी बहुत काले रंग दे हुंदे ने। ते कुकर्मां ने शूद्रां नालों वध माड़े कर्म करदे ने ये लोग। राजन जी ये तां शूद्रां दे नालों भी वध माड़े कर्म करदे ने। ते परमात्मा जिस बालक नूं जन्म दिंदा उसदे मते उते जात गोत नहीं लिखदा। जां तां पंडित इस गल दे परथाए कोई सानूं सबूत देन भी शुरू तो परमात्मा लिख के भेजदा भी इहने
ਖੱਤਰੀਆਂ ਦੇ ਘਰੇ ਪੈਦਾ ਹੋਣਾ, ਇਹਨੇ ਬ੍ਰਾਹਮਣਾਂ ਦੇ ਘਰੇ ਪੈਦਾ ਹੋਣਾ ਜਾਂ ਇਹਨੇ ਸ਼ੂਦਰਾਂ ਦੇ ਘਰੇ ਪੈਦਾ ਹੋਣਾ। ਇਸ ਗੱਲ ਦਾ ਇਹ ਪੰਡਤ ਸਾਨੂੰ ਸਬੂਤ ਦੇਣ। ਭਗਤ ਰਵਿਦਾਸ ਸਾਹਿਬ ਦਾ ਤਰਕ ਸੀ, ਦਲੀਲ ਸੀ ਉਸ ਸਮੇਂ ਸਾਧ ਸੰਗਤ ਦੀ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ।